ਜਿਹੜਾ ਕੁੰਵਰ ਵਿਜੇ ਪ੍ਰਤਾਪ ਜਿਹੜਾ ਰਾਜਨੀਤੀ ਕਰ ਰਿਹਾ ਸੀ ਉਹਦਾ ਕੀ ਹਾਲ ਹੋ ਗਿਆ। ਕਾਂਗਰਸ ਪਾਰਟੀ ਤੋਂ ਨਾ ਕਿਸੇ ਨੂੰ ਇਨਸਾਫ ਦੀ ਉਮੀਦ ਹੈ ਤੇ ਨਾ ਕੋਈ ਉਮੀਦ ਲਾ ਕੇ ਭਰਾਵੋ ਚੱਲਦਾ ਹੈ। ਜਿਹੜੀ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋ ਉਸ ਪਾਰਟੀ ਦੇ ਹੱਥ ਖੂਨ ਨਾਲ ਰੰਗੇ ਹੋਏ ਆ। ਉਦੋਂ ਕਿਉਂ ਨਹੀਂ ਜ਼ਮੀਰ ਜਾਗੀ? ਉਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਹਿਯੋਗੀ। ਰਿਪੋਰਟ ਪੜ੍ਹ ਲਓ, ਮਾਣਯੋਗ ਹਾਈ ਕੋਰਟ ਦੇ ਵਿੱਚ ਇਹ ਰਿਪੋਰਟ ਸਾਰੀ, ਇਹ ਜਿੰਨੀਆਂ ਵੀਡੀਓ ਤੁਸੀਂ ਪੇਸ਼ ਕੀਤੀਆਂ ਸਾਰੀਆਂ ਪਹਿਲਾਂ ਹੀ ਲੱਗੀਆਂ ਹੋਈਆਂ। 2015 ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਸੀਗੇ ਤੇ ਉਸ ਵੇਲੇ ਵੀ ਜਾਂਚ ਸੀਬੀਆਈ ਕੋਲੇ ਸੀਗੀ, ਤੁਸੀਂ ਕੀ ਪੈਰਵਾਈ ਕੀਤੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਨਵਜੋਤ ਸਿੰਘ ਸਿੱਧੂ, ਜਿਹੜਾ ਕੱਲ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਤੇ ਕੁਝ ਵੀਡੀਓ ਪਾ ਕੇ ਤੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਓ ਜੀ ਮੈਂ ਸਬੂਤ ਤੁਹਾਡੇ ਸਾਹਮਣੇ ਪੇਸ਼ ਕਰਤੇ ਹੈ। ਮੈਂ ਇੱਕ ਗੱਲ ਕਰਾਂ ਕਿ ਕਹਾਂ ਕਿ ਜਾਂ ਤਾਂ ਇਹ ਬੰਦੇ ਅਨਪੜ੍ਹ ਨੇ ਤੇ ਜਾਂ ਇਹ ਸੁਣਨ ਵਾਲਿਆਂ ਨੂੰ ਇੰਨੇ ਕੁ ਅਨਪੜ੍ਹ ਜਾਂ ਬੁੱਧੂ ਸਮਝਦੇ ਆ ਵੀ ਕਿਹੜਾ ਦੁਨੀਆ ਨੂੰ ਕੋਈ ਪਤਾ, ਜੋ ਮਰਜ਼ੀ ਝੂਠ ਬੋਲੀ ਜਾਓ। ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦੇ ਹਾਂ, ਜਿਹੜੀਆਂ ਕੱਲ ਵੀਡੀਓ ਜਾਰੀ ਕੀਤੀਆਂ, ਜੇ ਇਹਨੇ ਫੈਸਲਾ ਪੜ੍ਹਿਆ ਹੁੰਦਾ ਤੇ ਜੇ ਸੱਚ ਦੱਸਣਾ ਹੁੰਦਾ ਤਾਂ ਪੇਜ ਨੰਬਰ 79 ਤੇ ਜਿਹੜੀ ਮਾਨਯੋਗ ਹਾਈ ਕੋਰਟ ਨੇ ਜਿਹੜੀ ਹੁਣ ਦਿੱਤੀ ਹੈ ਨਾ ਆਪਦੀ ਫਾਈਂਡਿੰਗ ਦਿੱਤੀਆਂ, ਤਾਂ ਪੇਜ ਨੰਬਰ 79 ਤੇ ਬੜਾ ਕਲੀਅਰ ਕੱਟ ਜਿਹੜਾ ਹੈਗਾ ਉਹ ਮਾਨਯੋਗ ਜੱਜ ਸਾਹਿਬ ਨੇ ਬੜਾ ਕਲੀਅਰ ਕੱਟ ਜਿਹੜੇ ਹੈਗੇ ਆ ਇਹਦੇ ਤੇ ਫਾਈਂਡਿੰਗ ਦਿੱਤੀਆਂ ਕਿ ਕੈਮਰਿਆਂ ਦੀਆਂ ਸੀਸੀਟੀਵੀਆਂ ਬਾਰ-ਬਾਰ ਦੇਖਣ ਤੋਂ ਬਾਅਦ ਜਿਹੜੇ ਮੈਂ ਸਿੱਟੇ ਤੇ ਪਹੁੰਚਿਆ। ਹੁਣ ਜੇ ਬੰਦਾ ਕਹੇ ਕਿ ਇਹ ਜਿਹੜੀ ਫੁਟੇਜ ਹੈ ਮੈਂ ਤੁਹਾਨੂੰ ਦੇਤੀ, ਜਾਂ ਸੁਖਪਾਲ ਖਹਿਰਾ ਸਾਹਿਬ ਦੇ ਜਿਹੜੇ ਭਣੋਈਆ ਸਾਹਿਬ ਨੇ, ਜਸਟਿਸ ਰਣਜੀਤ ਸਿੰਘ ਉਹਨਾਂ ਨੇ ਦੇਤੀ, ਇਹ ਸਰਾਸਰ ਝੂਠ ਗੱਲ ਹੈ। ਪਹਿਲੀ ਗੱਲ ਤਾਂ ਮੈਂ ਇਹ ਬੇਨਤੀ ਕਰਾਂ, ਕੱਲ ਜਿਹੜੀਆਂ ਅਕਾਊਂਟ ਦੇ ਉੱਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਦਿੱਤੀਆਂ ਇਹ ਪਹਿਲਾਂ ਤੋਂ ਹੀ ਪਬਲਿਕ ਡੋਮੇਨ ਦੇ ਵਿੱਚ ਹੈ, ਲੋਕਾਂ ਦੇ ਵਿੱਚ ਹੈ। ਔਰ ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਆਉਂਦਾ, 21/8/2015 ਦੀ ਗੱਲ ਹੈ, 21/8/2017 ਦੀ ਗੱਲ ਹੈ, ਬਠਿੰਡੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ। ਸਾਡੇ ਵਿਰੋਧੀ ਹੈਗੇ ਗੁਰਦੀਪ ਸਿੰਘ ਬਠਿੰਡਾ, ਯੂਨਾਈਟਿਡ ਅਕਾਲੀ ਦਲ ਵਾਲੇ, ਤਾਂ ਉਹਨਾਂ ਨੇ ਸੀਡੀਆਂ ਪ੍ਰੈਸ ਨੂੰ ਵੰਡੀਆਂ ਸੀ। ਤੇ ਜਿਹੜੀ ਗੱਲ ਪ੍ਰੈਸ ਦੇ ਕੋਲੇ ਸੀਡੀਆਂ ਵੰਡੀਆਂ ਹੋਣ, ਲੋਕਾਂ ਦੇ ਕੋਲੇ ਪਬਲਿਕ ਦੇ ਵਿੱਚ ਘਰ ਪਈਆਂ ਹੋਣ, YouTube ਤੱਕ ਪਈਆਂ ਹੋਣ, ਤੇ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ? ਇਹ ਚਾਰ ਵੱਖਰੀਆਂ ਜਿਹੜੀਆਂ ਹੈਗੀਆਂ ਵੀਡੀਓ ਸ਼ੋਅ ਕਰਕੇ। ਇੱਕ ਗੱਲ ਫਿਰ ਥੋੜੀ ਉਦੋਂ ਕਿਉਂ ਨਹੀਂ ਜ਼ਮੀਰ ਜਾਗੀ? ਉਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਹਿਯੋਗੀ ਪਾਰਟੀ ਬੀਜੇਪੀ ਦੇ ਵਿੱਚ ਸੀ ਤੇ ਤੁਹਾਡੇ ਧਰਮ ਪਤਨੀ ਜਿਹੜੀ CPS ਸੀਗੀ। ਇਹ ਕਿਹੋ ਜਿਹੇ ਤੁਸੀਂ ਡਰਾਮੇ ਕਰਨ ਤੇ ਲੱਗੇ ਪਏ ਹੋ? ਔਰ ਜੇ ਇਹਨਾਂ ਤੱਥਾਂ ਦੇ ਵਿੱਚ ਜਾਂ ਇਸ ਕੱਲੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਦੇ ਵਿੱਚ ਕੋਈ ਦਮ ਹੁੰਦਾ ਤੇ ਫਿਰ ਇਹ ਅਦਾਲਤ ਦੇ ਵਿੱਚ ਪਈ ਹੈ, ਤੇ ਅਦਾਲਤ ਨੇ ਕਿਉਂ ਇਹ ਤੁਹਾਡੀ ਸਾਰੀ ਦੀ ਸਾਰੀ ਜਾਂਚ ਜਿਹੜੀ ਹੈ ਰੱਦ ਕਰਤੀ? ਤੇ ਜੇ ਤੁਸੀਂ ਹਲੇ ਵੀ ਸਮਝਦੇ ਹੋ ਕਿ ਇਹ ਬਹੁਤ ਵੱਡਾ ਜਿਹੜਾ ਹੈਗਾ ਸਬੂਤ ਹੈਗਾ, ਜਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਬਹੁਤ ਵੱਡੇ ਸਬੂਤ ਹੈ, ਤੇ ਫਿਰ ਜਿਹੜਾ ਤੁਹਾਡਾ ਕੁੰਵਰ ਪ੍ਰਤਾਪ ਜਿਹੜਾ ਸਿੱਧੂ ਸਾਹਿਬ ਤੁਹਾਡਾ ਚਹੇਤਾ ਸਭ ਤੋਂ ਪਹਿਲਾਂ, ਔਰ ਤੁਸੀਂ ਸਿਫਾਰਿਸ਼ ਕਰਕੇ ਇਹਨੂੰ ਜਿਹੜਾ ਹੈਗਾ ਜੋ ਜੇ ਤੁਹਾਡੇ ਕੋਲੇ ਸਬੂਤ ਹੈਗੇ ਆ, ਪਰ ਤੁਹਾਡੇ ਕੋਲੇ ਸਬੂਤ ਕੋਈ ਨਹੀਂ। ਤੁਸੀਂ ਸਿਰਫ ਤੇ ਸਿਰਫ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਔਰ ਲੋਕਾਂ ਦੇ ਵਿੱਚ ਝੂਠ ਫੈਲਾਉਣ ਦੀ ਹਰ ਰੋਜ਼ ਸਵੇਰੇ ਉੱਠ ਕੇ ਬੁਣਤੀ ਬੁਣਦੇ ਹੋ ਕਿ ਅਸੀਂ ਅੱਜ ਨਵਾਂ ਝੂਠ ਕੀ ਫੈਲਾਉਣਾ ਹੈ। ਔਰ ਮੈਂ ਬੇਨਤੀ ਕਰਦੇ ਹਾਂ ਇਸ ਗੱਲ ਦੀ ਕਿ ਕਾਂਗਰਸ ਪਾर्टी, ਜਿਹੜੀ ਕਾਂਗਰਸ पार्टी, सिद्धू साहब तुसी बैठे हो, इधर उधर की बात करनी छोड़, उस पार्टी की बात कर जिस पार्टी का जिहड़ी नींह है वो सिखां दे लाशां ते रखी गई है। उस पार्टी च तुसी बैठे हो जिहड़ी तुहाडी इंदिरा गांधी मार दित्ती गई है, कि उस पार्टी च बैठे हो जिन्हें लिखती रूप दे विच ऑर्डर करके श्री अकाल तख्त साहब नूं ढवाया है, लिखती रूप च ऑर्डर करके साडे उस गुरपुर मतलब शहीदी दिहाड़े के दिन हमला करके हज़ारां लोगों नूं तुसीं मौत के घाट उतारिया है। तुसीं गल्लां करदे हो, तुसीं दिल्ली दे विच कतलेआम कराउण वाली पार्टी, ते तुसीं अज गल्लां यार किहड़ियां गल्लां करी जांदे हो? तुसीं किहड़ी उस पार्टी च बैठे तुसीं बेअदबी दीयां गल्लां करदे हो? मैं एक बेनती करदिआं, कांग्रेस पार्टी तो ना किसी नूं इंसाफ की उम्मीद है ते ना कोई उम्मीद ला के भरावो चलदा है।
ਪਰ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਸਿੱਧੂ ਸਾਹਿਬ ਬੈਠੇ ਹੋ, ਜਿੱਥੇ ਬੇਅਦਬੀ ਦੀ ਸਿੱਟ ਜਿਹੜੀ ਹੈ 4 ਜਨਵਰੀ ਨੂੰ ਰੱਦ ਕਰਤੀ ਮਾਨਯੋਗ ਹਾਈ ਕੋਰਟ ਨੇ, ਨਵੇਂ ਸਿਰੋਂ ਰਿਟ ਜਿਹੜੀ ਸਾਡੀ ਸਿੱਟ ਬਣ ਗਈ ਹੈ, ਤੇ ਤੁਸੀਂ ਉਦੋਂ ਦਾ ਤਾਂ ਬੋਲੇ ਨਹੀਂ। 17 ਮਾਰਚ ਨੂੰ ਤੁਸੀਂ ਫਿਰ ਜਾ ਕੇ ਮੁੱਖ ਮੰਤਰੀ ਨਾਲ ਸਾਹਿਬ ਨਾਲ ਸੌਦੇਬਾਜ਼ੀ ਕਰਨ ਬੈਠੇ ਹੋ। ਸੌਦੇਬਾਜ਼ੀ ਤੁਹਾਡੀ ਡਿਪਟੀ ਮੁੱਖ ਮੰਤਰੀ ਜਾਂ ਪ੍ਰਧਾਨਗੀ ਦੀ ਪੁੱਗੀ ਨਹੀਂ, ਇਹ ਗੱਲ ਅਸੀਂ ਥੋੜੀ ਕਹਿੰਦੇ ਆ। ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਿਵੇਂ ਡਿਪਟੀ ਮੁੱਖ ਮੰਤਰੀ ਬਣਾ ਦਿਆਂ, ਕਿਵੇਂ ਇਹਨੂੰ ਪਾਰਟੀ ਦਾ ਪ੍ਰਧਾਨ ਬਣਾ ਦਿਆਂ, ਮੇਰੇ ਕੋਲੇ ਪੁਰਾਣੇ ਬੰਦੇ ਬੈਠੇ ਆ। ਜੇ ਤਾਂ 17 ਮਾਰਚ ਨੂੰ ਤੁਹਾਡੀ ਸੌਦੇਬਾਜ਼ੀ ਕੈਪਟਨ ਅਮਰਿੰਦਰ ਸਿੰਘ ਨਾਲ ਮੁੱਕ ਜਾਂਦੀ, ਜਿੱਦਣ ਤੁਸੀਂ ਚਾਹ ਦਾ ਪਿਆਲੀ ਪੀਤੀ ਹੈ ਤੇ ਮੋਢੇ ਉੱਤੋਂ ਦੀ ਹੱਥ ਧਰ ਕੇ ਕੈਪਟਨ ਸਾਹਿਬ ਬੈਠੇ ਸੀ, ਫਿਰ ਤਾਂ ਨਾ ਤਾਂ ਤੁਹਾਨੂੰ ਬੇਅਦਬੀ ਯਾਦ ਆਉਣੀ ਸੀ ਤੇ ਨਾ ਹੀ ਤੁਹਾਨੂੰ ਕੋਈ ਫਾਇਰਿੰਗ ਕੇਸ ਯਾਦ ਆਉਣਾ ਸੀ। ਪਰ ਸੌਦੇਬਾਜ਼ੀ ਤੁਹਾਡੀ ਮੁੱਕੀ ਨਹੀਂ ਤੇ ਤੁਸੀਂ ਹੁਣ ਚੱਲ ਪਿਓ ਨਵੇਂ ਰਾਹ ਤੇ। ਮੈਂ ਇੱਕ ਬੇਨਤੀ ਕਰਾਂ, ਜਿਹੜੀ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋ ਉਸ ਪਾਰਟੀ ਦੇ ਹੱਥ ਖੂਨ ਨਾਲ ਰੰਗੇ ਹੋਏ ਆ। ਜਿਹੜੀ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋ ਉਸੇ ਪਾਰਟੀ ਦੀ ਇੰਦਰਾ ਗਾਂਧੀ ਨੇ ਲਿਖਤੀ ਰੂਪ ਦੇ ਵਿੱਚ ਆਰਡਰ ਕੱਢ ਕੇ ਹੁਕਮ ਕਰਕੇ ਫੌਜ ਹਰਮੰਦਰ ਸਾਹਿਬ ਤੇ ਚਾੜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਸੇਵਾ ਕਰ ਰਿਹਾ ਬੈਠਾ ਗ੍ਰੰਥੀ ਸਿੰਘ ਸ਼ਹੀਦ ਹੋਇਆ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਮੌਕੇ ਦੇ ਪ੍ਰਕਾਸ਼ ਸੀ ਉਹਦੇ ਵਿੱਚ ਵੀ ਤੁਹਾਡੀ ਫੌਜ ਦੀਆਂ ਭੇਜੀਆਂ ਗੋਲੀਆਂ ਲੱਗੀਆਂ। ਨਾਲ ਬੈਠੇ ਕੀਰਤਨੀ ਸਿੰਘ ਜਿਹੜੇ ਬੈਠੇ ਸੀ ਉਹ ਵੀ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ। ਉਸ ਪਾਰਟੀ 'ਚ ਤੁਸੀਂ ਬੈਠੇ ਹੋ ਸਿੱਧੂ ਸਾਹਿਬ, ਤੇ ਤੁਸੀਂ ਗੱਲਾਂ ਕਰਦੇ ਚੰਗੇ ਲੱਗਦੇ ਹੋ। ਮੈਂ ਫਿਰ ਦੁਹਰਾ ਦਿਆਂ, 125 ਕਿ 24 ਜਾਂ 127 ਬੇਅਦਬੀਆਂ ਤੁਹਾਡੀ ਇਸ ਸਰਕਾਰ ਦੇ ਵਿੱਚ ਹੋ ਗਈਆਂ। ਕੁਝ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਇੱਕ ਬੇਅਦਬੀ ਹੋਈ ਤੇ ਉਹ ਮੁੰਡਾ ਕੀ ਕਹੇ, ਮੈਨੂੰ ਪੁਲਿਸ ਨੂੰ ਫੜਾ ਦਿਓ। ਪੁਲਿਸ ਤੋਂ ਤਾਂ ਉਲਟਾ ਲੋਕ ਡਰਦੇ ਹੁੰਦੇ ਆ, ਪੁਲਿਸ ਨੂੰ ਫੜਾ ਦਿਓ। ਤੇ ਪੁਲਿਸ ਨੂੰ ਫੜਾਇਆ, ਇਹ ਕਹਿੰਦੇ ਜੀ ਇਹ ਬੱਚਾ ਮੰਦਬੁੱਧੀ ਹੈ, ਇਹ ਤਾਂ ਦਿਮਾਗੀ ਸੰਤੁਲਨ ਵਿਗੜਿਆ। ਤੇ ਕੀ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜੇ ਸੀਗੇ ਉਹਦੀ ਬੇਅਦਬੀ ਹੋਈ, ਕੀ ਉਹ ਬਰਗਾੜੀ ਵਾਲੇ ਗੁਰੂ ਗ੍ਰੰਥ ਸਾਹਿਬ ਨਾਲੋਂ ਛੋਟੇ ਹੈਗੇ ਆ? ਇਸ ਕਰਕੇ ਤੁਸੀਂ ਕਰ ਰਹੇ ਹੋ ਰਾਜਨੀਤੀ, ਔਰ ਰਾਜਨੀਤੀ ਕਰਨ ਵਾਲਿਆਂ ਦਾ ਹਸ਼ਰ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਆ ਜਿਹੜਾ ਕੁੰਵਰ ਵਿਜੇ ਪ੍ਰਤਾਪ ਜਿਹੜਾ ਰਾਜਨੀਤੀ ਕਰ ਰਿਹਾ ਸੀ ਉਹਦਾ ਕੀ ਹਾਲ ਹੋ ਗਿਆ? ਫਿਰ ਤੁਹਾਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਤੁਸੀਂ ਵੀ ਰਾਜਨੀਤੀ ਕਰ ਰਹੇ ਸੀ। ਫਿਰ ਤੁਹਾਡੀ ਕਾਂਗਰਸ ਪਾਰਟੀ 'ਚ ਕਿਸ ਕਿਸਮ ਦੀ ਖਲਬਲੀ ਮੱਚੀ ਹੋਈ ਹੈ, ਕਿਸ ਕਿਸਮ ਦੇ ਹਾਲਾਤ ਬਣੇ ਹੋਏ ਆ, ਇਹ ਵੀ ਤੁਹਾਡੇ ਸਾਹਮਣੇ ਹੈ। ਮੈਂ ਹਲੇ ਵੀ ਬੇਨਤੀ ਕਰਦਾ ਕਿ ਰੱਬ ਤੋਂ ਡਰ ਜਾਓ, ਨਾ ਪੁਰਾਣੀਆਂ ਗੱਲਾਂ ਪਾ ਕੇ ਵੀਡੀਓ ਦੇ ਵਿੱਚ ਨਵੀਆਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰੋ। ਕੱਲ ਤੁਸੀਂ ਲੋਕਾਂ ਨੂੰ ਭੁਲੇਖਾ ਤਾਂ ਇਹ ਪਾਉਣ ਦਾ ਕੋਸ਼ਿਸ਼ ਕੀਤੀ ਹੈ ਨਾ ਕਿ ਆ ਮੈਂ ਸਬੂਤ ਪੇਸ਼ ਕਰਤੇ। ਇਹ ਭਾਈ ਮੈਂ ਸਿੱਧੂ ਸਾਹਿਬ ਤੁਹਾਨੂੰ ਦੱਸ ਦਿਆਂ, ਆ ਰਿਪੋਰਟ ਪੜ੍ਹ ਲਓ। ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਰਿਪੋਰਟ ਸਾਰੀ, ਇਹ ਜਿੰਨੀਆਂ ਵੀਡੀਓ ਤੁਸੀਂ ਪੇਸ਼ ਕੀਤੀਆਂ ਸਾਰੀਆਂ ਪਹਿਲਾਂ ਹੀ ਲੱਗੀਆਂ ਹੋਈਆਂ, ਤੇ ਤੁਸੀਂ ਨਵਾਂ ਕੀ ਪੇਸ਼ ਕਰਤਾ? ਐਵੇਂ ਲੋਕਾਂ ਨੂੰ, ਜਨਤਾ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹੋ, ਝੂਠ ਮਾਰਨ ਤੇ ਲੱਗੇ ਹੋਏ ਹੋ ਕਿ ਰਾਤ ਨੂੰ ਮੁੱਖ ਮੰਤਰੀ ਦੀ ਗੱਲ ਹੋ ਗਈ ਕੱਲੀ, ਇੰਨੀ ਗੱਲ ਨਾਲ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਮੁੱਖ ਮੰਤਰੀ ਸਾਹਿਬ ਦਾਰੂ ਦੂਰੂ ਪੀ ਕੇ ਸੌਣ ਵਾਲਾ ਹੋਵੇ ਨਾ, ਤੇ ਜਾਂ ਜਿਹਨੂੰ ਫਿਕਰਮੰਦੀ ਕੋਈ ਨਾ ਹੋਵੇ, ਉਹ ਤਾਂ ਹੋ ਸਕਦਾ ਮੁੱਖ ਮੰਤਰੀ ਆਰਾਮ ਨਾਲ ਸੌਂ ਜੇ। ਵਰਨਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਣ, ਉਹ ਮੁੱਖ ਮੰਤਰੀ ਕਿਉਂ ਨਹੀਂ ਆਪਦੇ ਅਫਸਰਾਂ ਨੂੰ ਜਾਂ ਆਪਦੇ ਐਮਐਲਏ ਨੂੰ ਪੁੱਛੂਗਾ ਕਿ ਭਾਈ ਸ਼ਾਂਤਮਈ ਰੱਖੋ, ਹਾਲਾਤ ਇਸ ਤਰ੍ਹਾਂ ਦੇ ਰੱਖੋ ਕਿ ਕਿਸੇ ਕਿਸਮ ਦੀ ਜਾਤੀ ਕਿਸੇ ਨਾਲ ਨਾ ਹੋਵੇ ਪਰ ਸ਼ਾਂਤ ਜ਼ਰੂਰ ਰਵੇ। ਇਹ ਕੀ ਗੱਲਾਂ ਕਰਦੇ ਹੋ ਤੁਸੀਂ? ਜਿਹੜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀਆਂ ਚੰਦ ਕੁ ਲਾਈਨਾਂ ਤੁਸੀਂ ਕਿਤੇ ਖੱਬੇ ਸੱਜੇ ਵਾਲੀਆਂ ਅੱਧੀਆਂ ਕੁ ਪੜ੍ਹ ਲੈਂਦੇ ਹੋ, ਅੱਧੀਆਂ ਕੁ ਛੱਡ ਦਿੰਦੇ ਹੋ। ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਕੀ ਹੈ? ਕਿਤੇ ਲਿਖਿਆ ਵੀ ਬਾਦਲ ਸਾਹਿਬ ਦੋਸ਼ੀ ਹੈ, ਕਿਤੇ ਲਿਖਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੋਸ਼ੀ ਹੈ, ਕਿਤੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਦੋਸ਼ੀ ਹੈ। ਉਹਨਾਂ ਨੇ ਤਾਂ ਲਿਖਿਆ ਕਿ ਅੱਗੇ ਫਰਦਰ ਜਾਂਚ ਕਰਨ ਦੀ ਲੋੜ ਹੈ, ਤੇ ਤੁਸੀਂ ਐਵੇਂ ਝੂਠ ਮਾਰੀ ਜਾਂਦੇ ਹੋ ਯਾਰ। ਜੇ ਲਿਖਿਆ ਸੀਗਾ ਤੇ ਫਿਰ ਅਗਲੇ ਦਿਨ ਪਰਚਾ ਜਿਹੜਾ ਦਰਜ ਹੋਇਆ ਕੋਟਕਪੂਰੇ ਦਰਜ ਤੁਸੀਂ ਨਵਾਂ ਕੀਤਾ, ਫਿਰ ਉਹਦੇ 'ਚ ਨਾਂ ਕਿਉਂ ਨਹੀਂ ਪਾਤਾ? ਅੱਜ ਤੋਂ ਪੌਣੇ 2 ਸਾਲ ਪਹਿਲਾਂ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਫਾਇਰਿੰਗ ਕੇਸ 'ਚ, ਫਿਰ ਤੁਸੀਂ ਉਦੋਂ ਨਾਂ ਕਿਉਂ ਨਹੀਂ ਪਾਤਾ? ਇਹ ਕਿਉਂ ਕਿਹਾ ਵੀ ਜਾਂਚ ਚੱਲੀ ਜਾਂਦੀ ਹੈ? ਇਸ ਕਰਕੇ ਪਰਮਾਤਮਾ ਤੋਂ ਡਰ ਜਾਓ। ਮੈਂ ਫਿਰ ਤੁਹਾਨੂੰ ਦੁਹਰਾਉਣਾ, ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਕਿ ਕਿਰਪਾ ਕਰਕੇ ਜੇ ਕਿਸੇ ਕੋਲੇ ਕੋਈ ਸਬੂਤ ਹੈਗਾ ਤਾਂ ਮਾਨਯੋਗ ਅਦਾਲਤ ਦੇ ਵਿੱਚ ਦਿਓ। ਅਦਾਲਤ ਨੇ ਤਾਂ ਕਿਹਾ ਵੀ ਤੁਸੀਂ ਬਿਆਨਬਾਜ਼ੀ ਬੰਦ ਕਰੋ ਤੇ ਇਹਦੀ ਜਾਂਚ ਸਹੀ ਢੰਗ ਨਾਲ ਕਰੋ, ਤੇ ਤੁਸੀਂ ਅੱਜ ਫੇਰ ਉਹੀ ਬਿਆਨਬਾਜ਼ੀ, ਹਰ ਰੋਜ਼ ਪ੍ਰੈਸ ਕਾਨਫਰੰਸ। ਜੇ ਕੋਈ ਨਵਾਂ ਸਬੂਤ ਹੈਗਾ ਤੇ ਦੇ ਦਿਓ ਮਾਨਯੋਗ ਕੋਰਟ ਦੇ ਵਿੱਚ, ਨਾਲੇ ਲੋਕਾਂ ਨੂੰ ਪਤਾ ਲੱਗ ਜੇ ਵੀ ਭਾਈ ਆ ਸਬੂਤ ਇਹਨਾਂ ਨੇ ਦੇ ਆਂਦੇ ਆ। ਤੁਸੀਂ ਸੀਡੀ ਬਣਾ ਕੇ ਮਾਨਯੋਗ ਕੋਰਟ ਦੇ ਵਿੱਚ ਦੇ ਦਿਓ। ਤੇ ਜਿਹੜੀਆਂ ਸੀਡੀ ਦੀਆਂ ਫੁਟੇਜ ਤੁਸੀਂ ਦਿਖਾਈ ਜਾਂਦੇ ਹੋ, ਜਿਹੜੀਆਂ 17 ਪੜ੍ਹ ਕੇ ਤੁਸੀਂ ਦਿਖਾਈ ਜਾਂਦੇ ਹੋ ਸਿੱਧੂ ਸਾਹਿਬ, ਇਹ ਸਾਰੀਆਂ 17 ਜਿਹੜੀਆਂ ਚਲਾਨ ਦੇ ਵਿੱਚ ਲਿਖੀਆਂ ਸੀ, ਇਹੀ ਮਾਨਯੋਗ ਹਾਈ ਕੋਰਟ ਨੇ ਰੱਦ ਕੀਤੀਆਂ, ਕਿਉਂਕਿ ਮਨੋਹਰ ਕਹਾਣੀਆਂ ਤੁਸੀਂ ਬੈਠ ਕੇ ਕੁੰਵਰ ਵਿਜੇ ਪ੍ਰਤਾਪ ਨੂੰ ਲਿਖਾਈਆਂ ਸੀ।
ਜੇ ਕੋਈ ਸਬੂਤ ਹੋਵੇ ਤੇ ਇਹ ਗੱਲ ਟਿਕ ਨਾ ਜਾਵੇ। ਫਿਰ ਤੁਸੀਂ ਬਾਰ-ਬਾਰ ਕਹਿ ਦਿੰਦੇ ਹੋ ਕਿ ਜੀ ਇਹ ਕੋਰਟ ਕਿਵੇਂ ਜਾਵੜੇ ਜੀ, ਜਾਂ ਕੋਰਟ ਨੇ ਕਿਵੇਂ ਫੈਸਲਾ ਦਿੱਤਾ, ਤੇ ਤੁਹਾਨੂੰ ਤਾਂ ਥੱਲਿਓਂ ਸਜ਼ਾ ਹੋਈ ਸੀ, ਫਿਰ ਤੁਸੀਂ ਸੁਪਰੀਮ ਕੋਰਟ ਤੱਕ ਕਿਉਂ ਗਏ ਸੀਗੇ? ਤੁਸੀਂ ਕਿਉਂ ਨਹੀਂ ਜਾ ਕੇ ਜੇਲ੍ਹ 'ਚ ਬਹਿ ਗਏ ਵੀ ਚਲੋ ਠੀਕ ਹੈ ਜੀ, ਜੋ ਫੈਸਲਾ ਹੋ ਗਿਆ ਸਾਨੂੰ ਮਨਜ਼ੂਰ ਹੈ, ਜੋ ਪੁਲਿਸ ਨੇ ਕਰਤਾ ਥੱਲਿਓਂ ਚਲਾਨ ਉਹ ਸਾਨੂੰ ਮਨਜ਼ੂਰ ਹੈ, ਸਾਨੂੰ ਕੋਰਟਾਂ ਦੀ ਲੋੜ ਹੀ ਨਹੀਂ ਹੈ। ਇਸੇ ਤਰ੍ਹਾਂ ਸੁਖਪਾਲ ਖਹਿਰਾ ਹਰ ਰੋਜ਼ ਬੋਲੀ ਜਾਂਦਾ ਕਿ ਇਹ ਕਿਵੇਂ ਜਾਵੜੇ ਜੀ ਕੋਰਟ, ਇਹ ਕਿਵੇਂ ਜਾਵੜੇ। ਉਹ ਭਾਈਆ ਤੈਨੂੰ ਵੀ ਤਾਂ ਕੋਰਟ ਨੇ ਸੰਮਣ ਕੀਤਾ ਸੀ, ਤੂੰ ਹਾਇਰ ਕੋਰਟ ਦੇ ਵਿੱਚ ਹਾਈ ਕੋਰਟ ਆਇਆ, ਹਾਈ ਕੋਰਟ ਨੇ ਤੈਨੂੰ ਨਹੀਂ ਰਿਲੀਫ ਦਿੱਤਾ, ਫਿਰ ਤੈਨੂੰ ਸੁਪਰੀਮ ਕੋਰਟ 'ਚੋਂ ਰਿਲੀਫ ਮਿਲਿਆ ਤਾਂ ਪਾਰਟਲੀ ਰਿਲੀਫ ਹੀ ਹੈ ਨਾ, ਤੇ ਮਿਲਿਆ ਵੀ ਕਿਸੇ ਕੋਰਟ 'ਚੋਂ ਜਾ ਕੇ ਆ। ਇਸ ਕਰਕੇ ਜਿਹੜਾ ਤਾਂ ਤੁਸੀਂ ਕਰਾ ਲਓ ਉਹ ਤਾਂ ਤੁਹਾਡੇ ਲਈ ਕੋਰਟ 'ਚੋਂ ਸਹੀ ਹੈ, ਤੇ ਜਿਹੜਾ ਕੋਈ ਹੋਰ ਕਰਾ ਲੇ ਉਹ ਕੋਰਟ ਦੇ ਵਿੱਚ ਦੋਸ਼ੀ ਹੈ। ਹਾਲਾਂਕਿ ਸਾਡਾ ਕੋਈ ਇਸ ਰਿਟ ਪਟੀਸ਼ਨ ਨਾਲ ਲੈਣਾ ਦੇਣਾ ਨਹੀਂ ਸੀ। ਇਹ ਤਾਂ ਜਿਵੇਂ ਉਹ ਬਾਰ-ਬਾਰ ਮੋਮੋ ਠਗਣਾ ਬਣ ਕੇ ਕੁੰਵਰ ਵਿਜੇ ਪ੍ਰਤਾਪ ਕਹਿੰਦਾ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਹੈ, ਮੁਝੇ ਇਨਸਾਫ ਕਰਨਗੇ। ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਪ੍ਰਤੱਖ ਹੋ ਕੇ ਕਿ ਜਿਹੜੇ ਤੁਸੀਂ ਬਾਰ-ਬਾਰ ਬੇਅਦਬੀ ਦੇ ਨਾਂ ਤੇ ਕਿਸੇ ਨੂੰ ਦੋਖੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਪ ਹੂ ਸਾਖਸ਼ਾਤ ਕਿਸੇ ਨਾ ਕਿਸੇ ਸੱਜਣਾ ਦੇ ਵਿੱਚ ਵਸ ਕੇ ਹੀ ਜਵਾਬ ਜਿਹੜੇ ਆ ਗੁਰੂ ਮਹਾਰਾਜ ਦਿੰਦੇ ਆ। ਇਹ ਮੈਂ ਸਮਝਦਾ ਕਿ ਤੁਹਾਡੇ ਮੂੰਹ ਦੇ ਉੱਤੇ ਬੜੀ ਵੱਡੀ ਚਪੇੜ ਹੈ। ਜਿਹੜੀ ਚੀਜ਼ ਇਹ ਤੁਹਾਡੇ ਜਿੰਨਾ ਵੀ ਕੁਝ ਤੁਸੀਂ ਲਿਖਿਆ ਸਾਰੀ ਦੀ ਸਾਰੀ ਜਾਂਚ ਰੱਦ ਹੋ ਗਈ। ਤੇ ਤੁਸੀਂ ਤਾਂ ਅੱਜ ਤਾਂ ਸਿੱਧੂ ਸਾਹਿਬ ਤੁਹਾਡੀ ਸਰਕਾਰ ਨੇ ਮੰਨ ਲਿਆ, ਕਿਉਂਕਿ ਤੁਸੀਂ ਬਾਈਬਲ ਕਲਾਂ 'ਚ ਵੀ ਨਵੀਂ ਸਿੱਟ ਬਣਾਤੀ ਹੈ। ਇਹਦਾ ਮਤਲਬ ਪੁਰਾਣੀ ਸਿੱਟ ਤੁਸੀਂ ਖੁਦ ਬ ਖੁਦ, ਹਲੇ ਦੀ ਕੋਈ ਬਾਈਬਲ ਕਲਾਂ ਦਾ ਤਾਂ ਕੇਸ ਹਾਈ ਕੋਰਟ ਪਿਆ, ਉਦੋਂ ਪਹਿਲਾਂ ਹੀ ਸਿੱਟ ਨਵੇਂ ਸਿਰੋਂ ਬਣਾ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਜੋ ਅਸੀਂ ਝੂਠ ਉਹਦੇ 'ਚ ਲਿਖਿਆ ਸੀਗਾ ਉਹ ਮਾਨਯੋਗ ਹਾਈ ਕੋਰਟ ਨੇ ਉਹ ਵੀ ਰੱਦ ਕਰ ਦੇਣਾ। ਤੇ ਇਸ ਕਰਕੇ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਹੀ ਨਵੇਂ ਸਿਰੋਂ ਜਿਹੜੀ ਸਿੱਟ ਬਣਾ ਦਈਏ। ਇਸ ਕਰਕੇ ਮੈਂ ਸਿੱਧੂ ਸਾਹਿਬ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਬਾਜ ਆ ਜਾਓ, ਰਾਜਨੀਤੀ ਨਾ ਕਰੋ, ਗੁਰੂ ਸਾਹਿਬ ਦੇ ਮੁੱਦੇ ਤੇ ਰਾਜਨੀਤੀ ਨਾ ਕਰੋ। ਐਸੀਆਂ ਗੱਲਾਂ ਤੁਸੀਂ ਲੋਕਾਂ ਦੇ ਵਿੱਚ ਭਰਮ ਫੈਲਾਉਣ ਵਾਲੀਆਂ ਕਰਦੇ ਹੋ ਜਿਹੜੀਆਂ ਦਾ ਨੇੜ ਤੇੜ ਦਾ ਵੀ ਵਾਹ ਵਾਸਤਾ ਜਿਹੜਾ ਹੈਗਾ ਉਹ ਸਾਡੇ ਨਾਲ ਨਹੀਂ ਹੈਗਾ, ਤੇ ਤੁਸੀਂ ਆਪਣੇ ਆਪ ਨੂੰ ਐਵੇਂ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਤੁਹਾਨੂੰ ਸਵਾਲ ਪੁੱਛਦਾ, 2015 ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਸੀਗੇ ਤੇ ਉਸ ਵੇਲੇ ਵੀ ਜਾਂਚ CBI ਕੋਲੇ ਸੀਗੀ, ਤੁਸੀਂ ਕੀ ਪੈਰਵਾਈ ਕੀਤੀ ਜਾਂ ਤੁਸੀਂ ਕੀ ਇਹਦੇ ਵਿੱਚ ਸਿੱਟੇ ਤੇ ਪਹੁੰਚੇ? ਤੇ ਤੁਹਾਡੀ ਧਰਮ ਪਤਨੀ ਸਾਹਿਬਾ ਸਾਡੀ ਸਰਕਾਰ ਦੇ ਵਿੱਚ ਉਦੋਂ CPS ਸੀਗੀ, ਉਦੋਂ ਤਾਂ ਤੁਹਾਨੂੰ ਬੇਅਦਬੀ ਦਾ ਦੁੱਖ ਨਹੀਂ ਆਇਆ ਯਾਰ, ਉਦੋਂ ਤਾਂ ਤੁਸੀਂ ਕਦੇ ਗੱਲ ਹੀ ਨਹੀਂ ਕੀਤੀ ਨਾ। ਤੁਸੀਂ BJP ਛੱਡੀ ਕਿਉਂ? ਕਿਉਂਕਿ ਤੁਹਾਨੂੰ ਮੰਤਰੀ ਨਹੀਂ ਬਣਾਇਆ ਕੇਂਦਰ ਦੇ ਵਿੱਚ। BJP ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਘਰ ਦੇ ਮੂਹਰੇ ਫਿਰਦੇ ਰਹੇ ਕਿ ਮੈਨੂੰ ਮੁੱਖ ਮੰਤਰੀ ਬਣਾ ਲਓ। ਜੇ ਉੱਥੇ ਸੌਦਾ ਨਹੀਂ ਬਣਿਆ ਤੇ ਤੁਹਾਨੂੰ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਲਾਰਾ ਲਾਤਾ ਡਿਪਟੀ ਮੁੱਖ ਮੰਤਰੀ ਦਾ, ਤੇ ਤੁਸੀਂ ਭੁੱਲ ਹੀ ਗਏ ਯਾਰ ਕਿ ਇਹ ਉਹ ਪਾਰਟੀ ਹੈ ਜਿਹਨੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ, ਫੌਜਾਂ ਚਾੜੀਆਂ, ਕਤਲੇਆਮ ਕਰਾਇਆ, ਕਿੰਨਾ ਕੁਝ ਕੀਤਾ ਕਾਂਗਰਸ ਪਾਰਟੀ ਨੇ। ਤੁਸੀਂ ਉਹਨਾਂ ਦੀਆਂ ਜਾ ਕੇ ਸਿੱਖਾਂ ਦੀਆਂ ਲਾਸ਼ਾਂ ਤੇ ਬਹਿ ਗਏ ਤੇ ਤੁਸੀਂ ਆਪਦੀ ਕੁਰਸੀ ਮੰਨ ਲਈ। ਅੱਜ ਜੇ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਹਾ ਹੋ ਜਾਂਦੀ ਹੈ ਤੇ ਖਿੜਪਿਟ ਹੋ ਜਾਂਦੀ ਹੈ ਤੇ ਤੁਸੀਂ ਦੁਬਾਰੇ ਫਿਰ ਤੁਸੀਂ ਇਹੋ ਜਿਹਾ ਦੌਰ ਤੁਹਾਨੂੰ ਯਾਦ ਆ ਜਾਂਦਾ। ਇਸ ਕਰਕੇ ਸਿੱਧੂ ਸਾਹਿਬ ਆਪਦੀ ਲੜਾਈ ਤੁਸੀਂ ਘਰੇ ਲੜੋ ਕਾਂਗਰਸ ਪਾਰਟੀ 'ਚ। ਜੇ ਤੁਹਾਡੇ ਨਾਲ ਕੋਈ ਸੌਦੇਬਾਜ਼ੀ ਡਿਪਟੀ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੀ ਕੀਤੀ ਸੀ, ਘੱਟੋ ਘੱਟ ਗੁਰੂ ਸਾਹਿਬ ਦਾ ਸਹਾਰਾ ਨਾ ਲਓ। ਇਹਨੇ ਕੱਖ ਨਹੀਂ ਛੱਡਣਾ ਜੇ ਤੁਸੀਂ ਇਹਨਾਂ ਗੱਲਾਂ 'ਚ ਲੱਗੇ ਰਹੇ, ਕੱਖ ਨਹੀਂ ਛੱਡਣਾ। ਜਿਹੜੀ ਅਸੀਂ ਅਰਦਾਸ ਕਰਦੇ ਹਾਂ ਹਰ ਰੋਜ਼ ਕਿ ਗੁਰੂ ਮਹਾਰਾਜ ਜੀ ਨੇ ਬੇਅਦਬੀ ਕੀਤੀ ਆ ਉਹਦਾ ਵੀ ਕੱਖ ਨਾ ਰਹੇ, ਜਿਹਨੇ ਕਰਵਾਈ ਆ ਉਹਦਾ ਵੀ ਕੱਖ ਨਾ ਰਹੇ, ਤੇ ਜਿਹਨੇ ਇਹਦੇ ਤੇ ਸਿਆਸਤ ਕੀਤੀ ਹੈ ਉਹਦਾ ਵੀ ਕੱਖ ਨਾ ਰਹੇ। ਤੇ ਪਰਸੋਂ ਚੌਥੇ ਇੱਕ ਸੱਜਣ ਨੇ ਹੋਰ ਕਿਹਾ ਕਿ ਜਿਹੜਾ ਜੇ ਕੋਈ ਦੋਸ਼ੀ ਨੂੰ ਬਚਾਉਂਦਾ ਹੈ ਤੇ ਜਾਂ ਦੋਸ਼ੀ ਦੇ ਲਈ ਨਰਮ ਰਵੱਈਆ ਰੱਖਦਾ ਹੈ ਮਹਾਰਾਜ, ਉਹਦਾ ਵੀ ਕੱਖ ਨਾ ਰਹੇ। ਅਸੀਂ ਤਾਂ ਅਗਲੀ ਗੱਲ ਵੀ ਜੋੜ ਲੈਂਦੇ ਨਾ। ਇਸ ਕਰਕੇ ਰਾਜਨੀਤੀ ਕਰਨੀ ਬੰਦ ਕਰੋ। ਜਿੰਨਿਆਂ ਨੇ ਵੀ ਰਾਜਨੀਤੀ ਇਹਦੇ ਤੇ ਕੀਤੀ ਹੈ ਬਹੁਤੇ ਉੱਡ ਗਏ ਆ, ਬਹੁਤੇ ਉੱਡ ਗਿਆ। ਗੁਰੂ ਸਾਹਿਬ ਦਾ ਸਮਾਂਗ ਰਚਾਇਆ ਸੀ ਨਾ ਸੌਦਾ ਸਾਧ ਨੇ, ਤੇ ਅੱਜ ਕੀ ਹਾਲ ਹੈ ਰਹਿਣਾ। ਹਾਲ ਤੁਹਾਡਾ ਵੀ ਇਹੀ ਹੋਣਾ ਜੇ ਤੁਸੀਂ ਨਾ ਇਸ ਗੱਲ ਤੋਂ ਬਾਜ ਆਏ। ਜੇ ਕੋਈ ਤੁਹਾਡੇ ਕੋਲੇ ਸਬੂਤ ਹੈਗਾ, ਸਿੱਧੂ ਸਾਹਿਬ ਤੁਹਾਡੇ ਕੋਲੇ, ਭਗਵੰਤ ਮਾਨ ਥਾਂ ਬੋਲਦਾ ਫਿਰਦਾ ਉਹਦੇ ਕੋਲੇ, ਸੁਖੀ ਰੰਧਾਵਾ ਬੋਲਦਾ ਉਹਦੇ ਕੋਲੇ, ਕੈਪਟਨ ਸਾਹਿਬ ਨੇ ਵੀ ਬੜੀਆਂ ਵੋਟਾਂ ਲੈਣ ਤੋਂ ਪਹਿਲਾਂ ਬੋਲਿਆ ਸੀ ਕਿ ਇਹਦੇ 'ਚ ਫਲਾਨਾ ਆਊਗਾ ਧਮਕਾ ਆਊਗਾ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬੜਾ ਸੰਜੀਦਾ ਮੁੱਦਾ ਹੈ। ਕਿਰਪਾ ਕਰਕੇ ਜੇ ਕਿਸੇ ਕੋਲੇ ਕੋਈ ਸਬੂਤ ਹੈਗਾ ਤਾਂ ਮਾਨਯੋਗ ਅਦਾਲਤ ਦੇ ਵਿੱਚ ਦਿਓ, ਤਾਂ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਵੀ ਨਾ ਹੋਵੇ ਜਿਹੜੀਆਂ ਤੁਸੀਂ ਹਰ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ। ਤੇ ਜਿਹੜਾ ਦੋਸ਼ੀ ਹੈ ਉਹ ਵੀ ਜਿਹੜਾ ਹੈਗਾ ਕਟਹਿਰੇ ਦੇ ਵਿੱਚ ਖੜਾ ਹੋ ਜੇ। ਇਸ ਕਰਕੇ ਇਹ ਰਾਜਨੀਤੀ ਕਰਨੀ ਬੰਦ ਕਰ ਦਿਓ, ਕਿਰਪਾ ਕਰਕੇ ਬੰਦ ਕਰ ਦਿਓ। ਇਹ ਬਾਰ-ਬਾਰ ਐਵੇਂ ਕਦੇ ਕੋਈ ਇੱਧਰ ਦੀ ਗੱਲ ਛੇੜ ਦਿਓ, ਕਦੇ ਇੱਧਰ ਦੀ ਛੇੜ ਦਿਓ। ਜੇ ਕੋਈ ਤੁਹਾਡੇ ਕੋਲੇ ਸਬੂਤ ਹੈ ਕਿ ਕਿਰਪਾ ਕਰਕੇ ਅਦਾਲਤ ਨੂੰ ਦਿਓ, ਤੇ ਵਰਨਾ ਇਹ ਰਾਜਨੀਤੀ ਬੰਦ ਕਰ ਦਿਓ। ਸਾਡੇ ਪੰਜਾਬ ਦੇ ਹੋਰ ਬੜੇ ਮਸਲੇ ਨੇ ਜਿਨ੍ਹਾਂ ਤੋਂ ਤੁਸੀਂ ਧਿਆਨ ਭਟਕਾ ਰਹੇ ਹੋ। ਅੱਜ ਪੂਰਨ ਕਰਜ਼ਾ ਮਾਫੀ ਕਿੱਥੇ ਹੈ? ਸਿੱਧੂ ਸਾਹਿਬ ਤੁਸੀਂ ਬਾਕੀ ਦੀਆਂ ਗੱਲਾਂ ਦੀ ਤਾਂ ਇਕੱਲੇ ਇਹ ਫਾਇਰਿੰਗ ਕੇਸ ਦੀ ਜਾਂ ਬੇਅਦਬੀ ਦੀ ਤਾਂ ਕਰਦੇ ਹੋ, ਤੇ ਤੁਸੀਂ ਇਹ ਵੀ ਤਾਂ ਪੁੱਛੋ ਨਾ ਵੀ ਪੂਰਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ, ਜਾਂ 2500 ਭੱਤਾ ਕਿਉਂ ਨਹੀਂ ਦਿੱਤਾ, ਜਾਂ ਘਰ ਘਰ ਨੌਕਰੀ ਕਿਉਂ ਨਹੀਂ ਦਿੱਤੀ?
ਸ਼ਗਨ ਸਕੀਮ ਪੂਰਾ ਕਿਉਂ ਨਹੀਂ ਕੀਤਾ? 51,000 2500 ਪੈਨਸ਼ਨ ਕਿਉਂ ਨਹੀਂ ਦਿੱਤੀ? ਕੱਚੇ ਮੁਲਾਜ਼ਮ ਪੱਕੇ ਕਿਉਂ ਨਹੀਂ ਕੀਤੇ? ਡੀਏ ਰਿਲੀਜ਼ ਕਿਉਂ ਨਹੀਂ ਕੀਤਾ? ਇਹ ਵੀ ਤਾਂ ਗੱਲਾਂ ਕਰੋ ਨਾ, ਕੱਲਾ ਇਧਰ ਉਧਰ ਕੀ ਬਾਤ ਕਰਕੇ ਬਾਕੀ ਪੰਜਾਬ ਨੂੰ ਤੁਸੀਂ ਸੜਨ ਲਈ ਛੱਡ ਰੱਖਿਆ। ਅੱਜ ਦੇਸ਼ ਦੇ ਵਿੱਚ ਕਰੋਨਾ ਦੇ ਨਾਲ 1% ਦੀ ਮੌਤ ਦਰ ਹੈ ਤੇ ਪੰਜਾਬ ਦੇ ਵਿੱਚ 2.5% ਦੀ ਮਰ ਰਹੇ ਆ। 100 ਚੋਂ 2.5 ਬੰਦੇ ਮਰ ਰਹੇ ਆ, ਦੇਸ਼ 'ਚ 100 ਚੋਂ 1 ਮਰ ਰਿਹਾ। ਦੇਸ਼ ਦੇ ਵਿੱਚ 100 ਦੇ ਵਿੱਚੋਂ 85 ਬੰਦੇ ਠੀਕ ਹੋ ਰਹੇ ਆ ਤੇ ਸਾਡੇ ਪੰਜਾਬੀ ਅਸੀਂ ਤਕੜੇ ਗਿਣਦੇ ਸੀ, ਅੱਜ ਸਾਡੇ 100 ਚੋਂ 80 ਠੀਕ ਹੋ ਰਹੇ ਆ। ਇਸ ਕਰਕੇ ਤੁਸੀਂ ਪੰਜਾਬ ਨੂੰ ਤਾਂ ਸੜਨ ਮਰਨ ਤੇ ਬਲਣ ਲਈ ਛੱਡ ਰੱਖਿਆ। ਕੋਈ ਪੰਜਾਬ ਨਹੀਂ, ਤੁਹਾਡਾ ਧਿਆਨ ਨਹੀਂ ਹੈ ਤੇ ਤੁਸੀਂ ਆਪਣੀ ਕੁਰਸੀ ਪਿੱਛੇ ਹੀ ਲੜੀ ਜਾਂਦੇ ਹੋ। ਤੇ ਜਦੋਂ ਤੁਹਾਡੀ ਕੁਰਸੀ ਕਿਤੇ ਕੋਈ ਸਮਝ ਲਓ ਡਿਪਟੀ ਮੁੱਖ ਮੰਤਰੀ ਜਾਂ ਪ੍ਰਧਾਨਗੀ ਤੁਹਾਨੂੰ 17 ਮਾਰਚ ਨੂੰ ਨਹੀਂ ਦੇਣ ਦਾ ਵਾਅਦਾ ਕੀਤਾ ਕੈਪਟਨ ਸਾਹਿਬ ਨੇ, ਤੇ ਫਿਰ ਤੁਸੀਂ ਗੁਰੂ ਸਾਹਿਬ ਨੂੰ ਵਿੱਚ ਲਿਆ ਕੇ ਖੜਾ ਕੀਤਾ। ਇਸ ਕਰਕੇ ਗੁਰੂ ਸਾਹਿਬ ਤੋਂ ਕੱਲਾ ਹੱਥ ਜੋੜ ਕੇ ਮੰਗੋ ਤੇ ਗੁਰੂ ਸਾਹਿਬ ਦੇ ਮੁੱਦੇ ਦੇ ਉੱਤੇ ਸਿਆਸਤ ਕਰਕੇ ਨਾ ਕੁਰਸੀਆਂ ਖੋਹਣ ਦੀ ਕੋਸ਼ਿਸ਼ ਕਰੋ ਕਿ ਹੁਣ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਇਹ ਇਕੱਲੇ ਬੇਅਦਬੀ ਦੇ ਮੁੱਦੇ ਕਰਕੇ ਨਹੀਂ ਵੜਨ ਦੇਣਾ, ਤੁਹਾਨੂੰ ਲੋਕਾਂ ਨੇ ਵੈਸੇ ਹੀ ਨਹੀਂ ਵੜਨ ਦੇਣਾ। ਜੋ ਤੁਸੀਂ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਉਹਦੇ 'ਚੋਂ 2% ਦੀ ਵੀ ਨਹੀਂ ਪੂਰੇ ਕੀਤੇ। ਇਸ ਕਰਕੇ ਅੱਜ ਵੀ ਸੰਭਲਣ ਦਾ ਮੌਕਾ ਕਿਰਪਾ ਕਰਕੇ ਸਮਝ ਜਾਓ, ਵਰਨਾ ਗੁਰੂ ਮਹਾਰਾਜ ਤੋਂ ਸਾਰਿਆਂ ਤੋਂ ਆਪ ਇਨਸਾਫ ਲੈ ਲੈਣਗੇ ਔਰ ਕਿਸੇ ਦਾ ਕੱਖ ਨਹੀਂ ਰਹਿਣਾ। ਮੈਂ ਤੁਹਾਨੂੰ ਇੱਕ ਦੱਸ ਦਿਆਂ, ਕਿਸੇ ਦਾ ਨਹੀਂ ਕੱਖ ਰਹਿਣਾ। ਇਹ ਹਾਲਾਤ ਜਿਹੜੇ ਬਣਦੇ ਜਾਂਦੇ ਆ ਤੇ ਕੈਪਟਨ ਸਾਹਿਬ ਨੇ ਤਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਸੀ। ਇਹਨਾਂ ਨੇ ਤਾਂ ਮੈਨੂੰ ਲੱਗਦਾ ਫਿਰ 2 ਗੁਨਾਹ ਕਰ ਲਏ ਆ। ਪਹਿਲਾਂ ਤਾਂ ਝੂਠ ਬੋਲਣ ਵਾਲਾ ਗੁਨਾਹ ਕਰ ਲਿਆ ਤੇ ਦੂਜਾ ਗੁਟਕਾ ਸਾਹਿਬ ਦੀ ਜਿਹੜੀਆਂ ਹੱਥ 'ਚ ਫੜ ਕੇ ਸਹੁੰਆਂ ਚੁੱਕੀਆਂ ਸੀ ਉਹ ਨਹੀਂ ਪੂਰੀਆਂ ਕਰ ਰਹੇ ਤੇ ਇਹਨਾਂ ਨੂੰ ਤਾਂ ਗੁਨਾਹ ਜਿਹੜਾ ਹੈਗਾ ਵੱਡਾ ਹੋਰ ਵੀ ਇਹਨਾਂ ਨੇ ਕੀਤਾ। ਸੋ ਸਾਰਿਆਂ ਦਾ ਧੰਨਵਾਦ। ਮੈਂ ਬੇਨਤੀ ਕਰੂੰਗਾ ਕਿ ਬੜਾ ਸੰਜੀਦਾ ਮੁੱਦਾ ਹੈ। ਇਹਨਾਂ ਲੀਡਰਾਂ ਤੋਂ ਇਲਾਵਾ ਭਾਵੇਂ ਕਿਸੇ ਵੀ ਆਮ ਪਬਲਿਕ 'ਚ ਵੀ ਜੇ ਕਿਸੇ ਕੋਲ ਕੋਈ ਸਬੂਤ ਹੋਵੇ, ਕਿਰਪਾ ਕਰਕੇ ਲਿਫਾਫਾ ਬੰਦ ਕਰਕੇ ਅਦਾਲਤ ਦੇ ਵਿੱਚ ਦੇ ਦਿਓ। ਕੋਈ ਸੀਡੀ ਹੈਗੀ ਸੀਡੀ ਬਣਾ ਕੇ ਦੇ ਦਿਓ। ਪਰ ਜਿਹੜੀ ਇਹ ਝੂਠੀ ਜੀ ਸੀਡੀ ਜਿਵੇਂ ਕੱਲ ਸਿੱਧੂ ਨੇ ਪੇਸ਼ ਕਰਕੇ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਹੈ ਕਿ ਮੈਂ ਸਬੂਤ ਦਿੱਤੇ, ਇਹ ਤਾਂ ਮਾਨਯੋਗ ਅਦਾਲਤ ਕੋਲੇ ਹੈਗੀ ਹੈ। ਤੇ ਇਹ ਬਠਿੰਡੇ ਦੇ ਵਿੱਚ 21/8/2017 ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਗੁਰਦੀਪ ਸਿੰਘ ਬਠਿੰਡਾ ਸਾਡੇ ਵਿਰੋਧੀ ਆ, ਉਹਨੇ ਵੀ ਜਾਰੀ ਕੀਤੀ ਸੀ, ਉਦੋਂ ਪਹਿਲਾਂ ਵੀ ਸੀਗੀ। ਐਵੇਂ ਝੂਠ ਬੋਲੀ ਜਾਂਦਾ ਸਾਰਾ ਦਿਨ। ਯਾਰ ਕੋਈ ਹੋਰ ਕੰਮ ਵੀ ਕਰ ਲਓ ਯਾਰ, ਪਬਲਿਕ ਦਾ ਤੁਹਾਨੂੰ ਲੋਕਾਂ ਨੇ ਚੁਣ ਕੇ ਬਣਾਇਆ, ਇਕੱਲੇ ਝੂਠ ਨਾ ਬੋਲੋ। ਐਵੇਂ ਸਾਰਾ ਦਿਨ ਝੂਠ ਬੋਲੀ ਜਾਂਦੇ। ਗੁਰੂ ਸਾਹਿਬ ਨੂੰ ਵਿੱਚ ਠੱਲ ਕੇ ਤੁਸੀਂ ਕੁਰਸੀਆਂ ਹਥਿਆਉਣ ਨੂੰ ਫਿਰਦੇ ਹੋ। ਇਹ ਗੁਰੂ ਸਾਹਿਬ ਨੇ ਇੱਕ ਵਾਰੀ ਬਖਸ਼ਤੀਆਂ ਸੀ, ਦੁਬਾਰੇ ਨਹੀਂ ਬਖਸ਼ਣੀਆਂ। ਝੂਠ ਨਾ ਬੋਲੋ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਗਲਤ ਡੇਟ ਅੰਕੜਾ ਦਿੱਤਾ ਗਿਆ ਹੋਵੇ, ਵੈਸੇ ਮੈਂ ਸਾਰੇ ਪੇਪਰਾਂ ਤੋਂ ਬੋਲਿਆ, ਕਈ ਵਾਰੀ ਬੋਲਦੇ ਹਾਂ ਕੋਈ ਤਰੀਕ ਗਲਤ ਜਾਂ ਕੋਈ ਪੰਨਾ ਨੰਬਰ ਕੋਈ ਗਲਤ ਹੋਵੇ ਤਾਂ ਮੈਂ ਮਾਫੀ ਚਾਹੂੰਗਾ, ਪਰ ਹੈ ਸਾਰਾ ਸਬੂਤਾਂ ਦੇ ਤਹਿਤ, ਨਾ ਕਿ ਇਹਨਾਂ ਵਾਂਗੂ ਅੱਧੀਆਂ ਲੈਣਾ ਛੱਡ ਦਿਓ ਤੇ ਅੱਧੀਆਂ ਬੋਲ ਦਿਓ। ਇਹ ਨਹੀਂ ਅਸੀਂ ਕਰਨਾ। ਸੋ ਸਾਰਿਆਂ ਦਾ ਧੰਨਵਾਦ।